ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। आगे कीन गुरु पुन गवनग जे को सिंगरे चाहबे पावनग देश पुटन फूतो जे थाई ता जाए पहुँचे जग साई। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ, ਆਪ ਜੀ ਵਡਭਾਗੇ ਹੋ। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਦਾ ਪਵਨ ਪਵਿੱਤਰ ਗੁਰ ਇਤਿਹਾਸ ਸ਼੍ਰੀ ਨਾਨਕ ਪ੍ਰਕਾਸ਼ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਆਪ ਜੀ ਸਰਣ ਕਰਦੇ ਆ ਰਹੇ ਹੋ। ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਮਾਰੂ ਦੇਸ਼ ਨੂੰ ਉਤਾਰ ਕੇ ਅਗਾਂਹ ਚੱਲੇ। ਇੱਕ ਸਿੱਖ ਤਰਖਾਣ ਕੰਮ ਕਰਦਾ ਹੈ। ਉਸਦੇ ਘਰ ਵਿੱਚ ਇੱਕ ਰਾਤ ਬਤੀਤ ਕਰਦੇ ਨੇ। ਸਵੇਰੇ ਚੱਲਣ ਲੱਗਿਆ ਉਹਦੀ ਛੰਨ ਤੋੜ ਦਿੰਦੇ ਨੇ, ਭਾਂਡੇ ਆਦਿਕ ਚਾਰਪਾਈ ਸਭ ਕੁਝ ਤੋੜ ਦਿੱਤਾ। ਭਾਈ ਮਰਦਾਨੇ ਨੇ ਪੁੱਛਿਆ, ਬਾਬਾ ਜੀ ਉਹਨੇ ਸਾਡੀ ਸੇਵਾ ਕੀਤੀ, ਤੁਸੀਂ ਜਿਹੜਾ ਹੈ ਉਹਦਾ ਸਭ ਕੁਝ ਤਹਿਸ਼ ਨਹਿਸ਼ ਕਰ ਦਿੱਤਾ। ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਕਹਿੰਦੇ ਉਹ ਇਹਨਾਂ ਚੀਜ਼ਾਂ ਦਾ ਭਾਗੀ ਨਹੀਂ। ਮਾਲਕ ਨੇ ਉਹਦੀ ਰਜ਼ਾ ਦੇ ਵਿੱਚ ਉਹਦੇ ਘਰ ਦੇ ਪਤਾ ਨਹੀਂ ਕੀ ਕੁਝ ਹੋਰ ਲਿਖਿਆ ਹੈ। ਇਹ ਸਿੱਖ ਜਿਹੜਾ ਵਾਪਸ ਮੁੜਿਆ ਘਰ ਵਾਪਸ ਆ ਕੇ ਕੀ ਦੇਖਦਾ ਹੈ ਕਿ ਜਿੱਥੇ ਛੰਨ ਪਈ ਸੀ ਉੱਥੇ ਇੱਕ ਸੁੰਦਰ ਮਹੱਲ ਹੈ। ਜਿੱਥੇ ਮਿੱਟੀ ਦੇ ਬਰਤਨ ਸਨ ਉੱਥੇ ਪਿੱਤਲ ਤੇ ਕਹਿੰਦੇ ਭਾਂਡੇ ਸਨ, ਜਿਨ੍ਹਾਂ ਦੇ ਵਿੱਚ ਬੇਅੰਤ ਜਿਹੜੇ ਰੁਪਈਏ ਪੈਸੇ ਧੇਲੇ ਜਿਹੜੇ ਸਨ ਸ਼ੋਭ ਰਹੇ ਸਨ। ਮਨ ਵਿਸਮਾਦ ਦੇ ਵਿੱਚ ਗਿਆ, ਸੋਚਦਾ ਹੈ ਉਹ ਇੱਕ ਅੰਕਾਰ ਰੂਪ ਰੱਬੀ ਜੋਤ ਆਪ ਰੱਬ ਮੇਰੇ ਘਰ ਚੱਲ ਕੇ ਆਇਆ, ਮੈਂ ਉਹਨੂੰ ਪਹਿਚਾਣ ਨਾ ਸਕਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਤੋਂ ਅੱਗੇ ਤੁਰਦੇ ਨੇ ਭੂਟਾਨ ਦੇਸ਼ ਦੇ ਵੱਲ। ਅਤੇ ਹੁਣ ਉਹ ਅਗਾਂਹ ਤੁਰ ਕੇ ਜਦੋਂ ਭੂਟਾਨ ਦੇਸ਼ ਦੇ ਵਿੱਚ ਪਹੁੰਚਦੇ ਹਨ, ਉੱਥੇ ਕਿਸ ਤਰ੍ਹਾਂ ਦਾ ਬਿਰਤਾਂਤ ਚੱਲ ਰਿਹਾ ਹੈ, ਉੱਥੋਂ ਦੇ ਲੋਕ ਕਿੱਦਾਂ ਦੇ ਹਨ, ਉੱਥੋਂ ਦਾ ਰਾਜਾ ਕਿੱਦਾਂ ਦਾ ਹੈ, ਉਹ ਪਾਵਨ ਪੁੱਤਰ ਗਾਥਾ ਪ੍ਰਸੰਗ ਰੂਪ ਆਓ ਪਿਆਰ ਦੇ ਨਾਲ ਸਰਵਣ ਕਰੀਏ। ਦਿਓ ਅਸੀਸ, ਆਖਣਾ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਗੁਰ ਕਿਰਪਾ ਕੋ ਸਤਿਨਾਮ ਸ੍ਰੀ ਵਾਹਿਗੁਰੂ। आगे कीन गुरु पुन गवनग। ਅਤੇ ਇਸ ਤੋਂ ਅੱਗੇ ਫਿਰ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਰਵਾਨਗੀ ਕੀਤੀ ਹੈ ਜੀ। ਜਿਹ ਕੋ ਸਿਮਰੇ ਚਾਹਬੇਗਾ ਪਵਨੰਗ। ਕੈਸੇ ਗੁਰੂ ਹਨ ਜਿਨ੍ਹਾਂ ਨੂੰ 14 ਭਵਨ ਜਿਹੜੇ ਨੇ ਸਿਮਰ ਰਹੇ ਹਨ ਜੀ। ਦੇਸ ਪੁਟਤ ਹੂਤੋ ਜੇ ਥਾਈ। ਆਂਦੇ ਜਿੱਥੇ ਦੇਸ਼ ਭੁਟੰਤ ਭਾਵ ਜਿੱਥੇ ਭੂਟਾਨ ਦੇਸ਼ ਹੈ ਉਧਰ ਨੂੰ ਇਹਨਾਂ ਨੇ ਰਵਾਨਗੀ ਕੀਤੀ ਹੈ। ਤਾਂ ਜਾਏ ਪਹੁੰਚੇ ਜਗ ਸਾਈ। ਜਗਤ ਦੇ ਸਾਈਂ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਭੂਟਾਨ ਦੇਸ਼ ਦੇ ਵਿੱਚ ਜਿਹੜੇ ਆਂਦੇ ਜਾ ਪਹੁੰਚੇ ਹਨ। ਨਗਰ ਨਿਰਪਤ ਕੇ ਗਏ ਸਮੀਪਾ। ਆਂਦੇ ਜਦੋਂ ਭੂਟਾਨ ਦੇਸ਼ ਦੇ ਇਹ ਬਿਲਕੁਲ ਲਾਗੇ ਪਹੁੰਚ ਗਏ। ਬਿਟਪ ਦੇਖ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਦੀਪ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਨੇ ਨਗਰ ਦੇ ਬਾਹਰਵਾਰ ਇੱਕ ਸੁੰਦਰ ਦਰਖਤ ਜਿਹੜਾ ਹੈ ਦੇਖਣਾ ਕੀਤਾ ਹੈ। ਬੈਠੇ ਤੇ ਛਾਇਆ ਰਮਣੀਕਾ। ਉਸ ਦਰਖਤ ਦੀ ਜੋ ਛਾਂ ਹੈ ਬੜੀ ਸ਼ੋਭਨੀਕ ਹੈ, ਰਮਣੀਕ ਹੈ। ਉਸ ਛਾਂ ਨੂੰ ਸੁੰਦਰ ਜਾਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਉਸ ਪਾਵਨ
ਦਰਖਤ ਦੇ ਥੱਲੇ ਬੈਠਣਾ ਕੀਤੇ ਹਨ। ਜਿਨ ਕੇ ਦਰਸ ਘਟੇ ਦੁਖ ਜੀ ਕਾ। ਕਹੋ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਬਿਆਨ ਕਰਦੇ ਨੇ ਕਵਿਰਾਜ, ਕਹਿੰਦੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਨਾ, ਇਹੋ ਜਿਹੇ ਧੰਨ ਗੁਰੂ ਨਾਨਕ ਸਾਹਿਬ ਜੀ ਭੂਟਾਨ ਨਗਰ ਦੇ ਬਾਹਰ ਇੱਕ ਸੁੰਦਰ ਛਾਇਆ ਜਿਸ ਦਰਖਤ ਦੀ ਸ਼ੋਭ ਰਹੀ ਹੈ, ਉਸ ਦਰਖਤ ਦੇ ਛਾਂ ਹੇਠ ਮੇਰੇ ਮਾਲਕ ਬਹਿ ਗਏ ਹਨ ਜੀ। ਤੇ ਕੋ ਨਿਰਪਤ ਹੁਤੋ ਬਟ ਕਾਮੀ। ਗੁਰੂ ਕੀ ਸੰਗਤ ਧਿਆਨ ਦੇਣਾ। ਉੱਥੋਂ ਦਾ ਜਿਹੜਾ ਰਾਜਾ ਸੀ ਨਾ, ਉਹ ਬੜਾ ਵਾਸ਼ਨਾ ਭਰਪੂਰ ਸੀ, ਭਾਵ ਉਹ ਕਾਮੀ ਪੁਰਸ਼ ਸੀ। ਸਦਾ ਰਹਿਤ ਪਰ ਇਹ ਸਤਰਿਨ ਗਾਮੀ। ਉਹ ਸਦਾ ਹੀ ਪਰਾਈਆਂ ਔਰਤਾਂ ਦੇ ਨਾਲ ਵਿਚਾਰ ਕਮਾਉਂਦਾ ਹੈ। ਤੇ ਪੁਰ ਵਿਆਹ ਕਰਾਵੇ ਜੋ। ਉਸ ਨਗਰ ਦੇ ਵਿੱਚ, ਭੂਟਾਨ ਦੇਸ਼ ਦੇ ਵਿੱਚ ਜਦੋਂ ਵੀ ਕੋਈ ਨਵਾਂ ਡੋਲਾ ਆਵੇ, ਭਾਵ ਕਿਸੇ ਪੁਰਸ਼ ਦਾ ਵਿਆਹ ਹੁੰਦਾ ਹੈ, ਘਰ ਨੇ ਆਨੇ ਤਰਨੀ ਸੋ। ਉਹ ਇਸਤਰੀ ਜਿਹੜੀ ਹੈ ਉਹ ਆਪਣੇ ਘਰ ਨਹੀਂ ਜਾਂਦੀ ਜੀ। ਪੂਰਬ ਭੂਪਤ ਪਾਸ ਪਠਾਵਤ। ਉਹ ਸਭ ਤੋਂ ਪਹਿਲਾਂ ਇਸ ਜੋ ਇਹ ਵਾਸ਼ਨਾਵਾਂ ਦੇ ਅਧੀਨ ਵਿਭਚਾਰ ਕਮਾਉਣ ਵਾਲਾ ਰਾਜਾ ਹੈ ਨਾ, ਇਹਦੇ ਮਹੱਲਾਂ ਦੇ ਵਿੱਚ ਉਹ ਧੀ ਜਿਹੜੀ ਹੈ ਪਹੁੰਚਾਈ ਜਾਂਦੀ ਹੈ। ਮਿਲ ਕੇ ਤੇ ਸੋ ਕੀਲ ਕਮਾਵਤ। ਤੇ ਇਹ ਫਿਰ ਜਿਹੜਾ ਹੈ ਇਹ ਉੱਥੇ ਕਾਮਨਾਵਾਂ ਵਾਸ਼ਨਾਵਾਂ ਦੀ ਪੂਰਤੀ ਕਰਦਾ ਹੈ। ਗੌਰ ਸੋ ਆਪਣੇ ਘਰ ਮਿਲ ਆਵੈ। ਉਸਦੇ ਉਪਰੰਤ ਹੀ ਉਹ ਇਸਤਰੀ ਜਿਹੜੀ ਹੈ ਫਿਰ ਆਪਣੇ ਘਰ ਜਿਹੜੀ ਹੈ ਜਾਂਦੀ ਹੈ ਜੀ। ਕਰੇ ਸੋ ਏਓ ਨਿਰਪਤੀ ਡਰ ਪਾਵੈ। ਇਹ ਸਾਰੀ ਕਾਰ ਵਿਹਾਰ ਜਿਹੜੀ ਹੈ ਨਾ, ਇਹ ਰਾਜੇ ਦੇ ਡਰ ਦੇ ਨਾਲ ਹੋ ਰਹੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਕੀ ਲਾਠੀ ਤਿਸ ਕੀ ਭੈਂਸ, ਬੜਾ ਮੁਹਾਵਰਾ ਪ੍ਰਸਿੱਧ ਹੈ ਪੰਜਾਬੀ ਦਾ। ਜ਼ੋਰ ਹੈ ਸਮੇਂ ਦਾ ਹਾਕਮ ਹੈ, ਜੋ ਚਾਹੇ ਕਰ ਸਕਦਾ ਹੈ। ਵਾਸ਼ਨਾਵਾਂ ਦੇ ਅਧੀਨ ਹੈ, ਇਸ ਕਰਕੇ ਇੱਥੋਂ ਦੀ ਪ੍ਰਜਾ ਇਹਦੇ ਤੋਂ ਡਰਦੀ ਹੋਈ ਹੀ ਇਹ ਸਾਰੇ ਜਿਹੜੇ ਜਾਣੇ ਹਨ, ਇਹ ਕਾਰ ਭਾਵ ਇਹ ਕੰਮ ਕਰ ਰਹੇ ਹਨ। ਤਿਹ ਕੋ ਸੋ ਮਤ ਦੇਣ ਕਹੇਤਾ। ਐਸੇ ਵਿਭਚਾਰੀ ਪੁਰਸ਼ ਨੂੰ ਸੋਧਣ ਵਾਸਤੇ, ਉਹਦੀ ਜਿਹੜੀ ਕੁਮਤ ਹੈ ਉਹਨੂੰ ਮਤ ਵਿੱਚ ਬਦਲਣ ਵਾਸਤੇ, ਉਹਨੂੰ ਸੁਮਤ ਦੇਣ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਜਗਤ ਦੇ ਈਸ਼ਰ ਅੱਜ ਭੂਟਾਨ ਦੀ ਧਰਤੀ ਤੇ ਉਹਨਾਂ ਨੇ ਚਰਨ ਪਾਏ ਹਨ। ਬੈਠ ਗਏ ਬੇਦੀ ਕੁਲ ਕੇਤਾ। ਨਗਰ ਦੇ ਬਾਹਰਵਾਰ ਆਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਹੁਣ ਬੈਠ ਗਏ ਹਨ। ਵਹਿਰ ਨਗਰ ਤੇ ਨਰ ਜੇ ਆਏ। ਉਸ ਨਗਰ ਦੇ ਬਾਹਰ ਜਿਹੜਾ ਜਿਹੜਾ ਵੀ ਮਨੁੱਖ ਆ ਰਿਹਾ ਸੀ, ਭਾਵ ਹੁਣ ਭੂਟਾਨ ਤੋਂ ਬਾਹਰ ਬੈਠੇ ਨੇ। ਤੇ ਹੁਣ ਭੂਟਾਨ ਨਗਰ ਦੇ ਵਿੱਚੋਂ ਕੋਈ ਕੰਮ ਕਾਜ ਵਾਸਤੇ ਜੇ ਕੋਈ ਉਹ ਨਗਰ ਚੋਂ ਬਾਹਰ ਆਉਂਦਾ ਸੀ, ਮਿਲੇ ਚਰਨ ਪਰ ਸੀਸ ਝੁਕਾਏ। ਜਦੋਂ ਇਸ ਸਾਧੂ ਦੇ, ਇਸ ਮਹਾਂਪੁਰਖ ਦੇ ਕੋਈ ਦਰਸ਼ਨ ਕਰਦਾ ਸੀ ਤੇ ਉਹਨੂੰ ਜਿਹੜਾ ਸੀ ਉਹ ਸੀਸ ਝੁਕਾ ਦਿੰਦਾ ਸੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਫਿਰ ਕਰੋ ਇੱਕ ਵਾਰ ਕਿਰਪਾ ਆਖੋ ਸਤਨਾਮ। ਆਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਉਹ ਆਪਣਾ ਸੀਸ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਝੁਕਾ ਦਿੰਦੇ ਹਨ। ਸਤਿਗੁਰੂ ਦੇ ਉਤਮ ਉਪਦੇਸਾ। ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਉੱਤਮ ਉਪਦੇਸ਼, ਸੁੰਦਰ ਉਪਦੇਸ਼ ਜਿਹੜਾ ਦਿੰਦੇ ਹਨ। ਜਪੋ ਨਾਮ ਨਿਤ ਸ੍ਰੀ ਜਗਤੇਸਾ। ਹੇ ਦੁਨੀਆ ਦੇ ਲੋਗੋ, ਤੁਸੀਂ ਉਸ ਜਗਤ ਦੇ ਈਸ਼ਰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਿਹੜਾ ਹੈ ਜਪਨਾ ਕਰੋ। ਸੁਨ ਕਰ ਮੇਰ ਗੁਰ ਭਜਨ ਨਰ ਸਭ ਹੀ। ਇਸ ਤਰ੍ਹਾਂ ਪਿਆਰ ਭਰੇ ਰਮਨੀਕ ਸ਼ੁਭ ਬਚਨ ਜਦੋਂ ਭੂਟਾਨ ਦੇਸ਼ ਦੇ ਲੋਕ ਸੁਣਦੇ ਹਨ ਜੀ, ਬਸਤਰ ਆਹਾਰ ਲਿਆਵੇ ਤਾਬਹੀ। ਸ਼ਰਧਾ ਬੜੀ ਵੱਧ ਗਈ ਇਹਨਾਂ ਦੀ।
ਤੇ ਕੀ ਕਰਦੇ ਨੇ ਸ਼ਰਧਾ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਸਤੇ ਛਕਣ ਵਾਸਤੇ ਆਹਾਰ ਤੇ ਪਹਿਨਣ ਵਾਸਤੇ ਜਿਹੜੇ ਵਸਤਰ ਹਨ ਉਹ ਲੈ ਕੇ ਆਉਂਦੇ ਹਨ। ਸਤਿਗੁਰੂ ਕਹਤੇ ਲੇਹ ਤਰਾਈ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਵਸਥਾ ਦੇਖੋ, ਕਹਿਣ ਲੱਗੇ ਅਸੀਂ ਰਾਈ ਦਾ ਦਾਣਾ ਤੁਸੀਂ ਦੇਖਿਆ ਹੋਵੇਗਾ, ਆਮ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ। ਆਂਦੇ ਅਸੀਂ ਰਤਾ ਭਰ ਰਾਈ, ਜਿੰਨਾ ਵੀ ਇਹਨਾਂ ਦੇ ਵਿੱਚੋਂ ਕੁਝ ਵੀ ਜਿਹੜਾ ਹੈ ਉਹ ਗ੍ਰਹਿਣ ਨਹੀਂ ਕਰਨਾ ਜੀ। ਸਰਬ ਵਸਤ ਮੋਰੇ ਭਰ ਆਈ। ਆਂਦੇ ਸਾਰੀਆਂ ਵਸਤੂਆਂ, ਜੇ ਕੋਈ ਜਿੱਦ ਵੀ ਕਰਦਾ ਸੀ ਨਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਬੜੇ ਜ਼ੋਰ ਦੇ ਨਾਲ ਕਹਿ ਦਿੰਦੇ ਸਨ ਕਿ ਸਾਨੂੰ ਇਹਨਾਂ ਵਸਤੂਆਂ ਦੀ ਖਾਣ ਪੀਣ ਦੀ ਪਹਿਨਣ ਦੀ ਜਿਹੜੀ ਹੈ ਉਹ ਕੋਈ ਲਾਲਸਾ ਨਹੀਂ ਹੈ, ਕੋਈ ਭੁੱਖ ਨਹੀਂ ਹੈ। ਕੇਤਕ ਦਿਵਸ ਬਤੀਤੇ ਤੈਸੇ। ਆਂਦੇ ਇਸ ਤਰ੍ਹਾਂ ਭੂਟਾਨ ਦੇ ਲੋਕਾਂ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਿਹੜਾ ਮਿਲਾਪ ਹੈ ਨਾ, ਉਹ ਕਈ ਦਿਨ ਜਿਹੜਾ ਹੈ ਉਸ ਦਰਖਤ ਦੀ ਛਾਵੇਂ ਰੋਜ਼ਾਨਾ ਸਤਸੰਗ ਰੂਪ ਹੋਣ ਲੱਗਾ। ਕਿਰਤ ਪਸਰੀ ਪੁਰ ਮੇ ਐਸੇ। ਆਂਦੇ ਉਸ ਨਗਰ ਦੇ ਵਿੱਚ ਫਿਰ ਗੁਰੂ ਨਾਨਕ ਦੇ ਘਰ ਦੀ ਵਡਿਆਈ ਜਿਹੜੀ ਹੈ ਇਸ ਤਰ੍ਹਾਂ ਫੈਲ ਗਈ। ਮਹਾਪੁਰਖ ਪੂਰਨ ਹੈ ਸੰਤਾ। ਭੂਟਾਨ ਦੇਸ਼ ਦੇ ਲੋਕ ਇਸ ਤਰ੍ਹਾਂ ਕਹਿਣ ਲੱਗੇ, ਇਹ ਬੜਾ ਵੱਡਾ ਭਾਰੀ ਪੁਰਖ ਹੈ, ਇਹ ਕੋਈ ਮਹਾਪੁਰਖ ਸੰਤ ਰੂਪ ਹੈ। ਅਪਰ ਨ ਜਾਣੇ ਬਿਨ ਭਗਵੰਤਾ। ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਇਲਾਵਾ ਇਹ ਕਿਸੇ ਨੂੰ ਹੋਰ ਨਹੀਂ ਜਾਣਦੇ। ਕਾਮ ਨ ਕ੍ਰੋਧ ਨ ਲੋਭ ਨ ਰਾਈ। ਹੁਣ ਰਾਜਾ ਤੇ ਜਿਹੜਾ ਸੀ ਉਹ ਵਾਸ਼ਨਾਵਾਂ ਦੇ ਅਧੀਨ ਸੀ, ਉਹਦੇ ਕੋਲ ਜੋ ਆ ਜਾਵੇ ਉਹ ਵੀ ਥੋੜਾ ਸੀ, ਉਹ ਤਾਂ ਖੋਹ ਵੀ ਲੈਂਦਾ ਸੀ, ਸਮੇਂ ਦਾ ਹਾਕਮ ਸੀ। ਪਰ ਜਦੋਂ ਇਸ ਰੱਬੀ ਜੋਤ ਨੂੰ ਦਰਸ਼ਨ ਕਰਦੇ ਨੇ, ਭੇਟਾਵਾਂ ਰੱਖਦੇ ਨੇ ਆਦਤ, ਤੇ ਰੱਬੀ ਜੋਤ ਕਹਿੰਦੇ ਮੈਨੂੰ ਕੁਝ ਚਾਹੀਦਾ ਹੀ ਨਹੀਂ। ਹੁਣ ਇਸ ਕਰਕੇ ਜਦੋਂ ਉਹਦਾ ਵਿਹਾਰ, ਜਦੋਂ ਉਹਦਾ ਆਚਰਣ ਦੇਖਿਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਦਸਤਾਰ, ਗੁਫਤਾਰ ਤੇ ਰਫਤਾਰ, ਇਹ ਤਿੰਨਾਂ ਗੱਲਾਂ ਤੋਂ ਆਮ ਮਨੁੱਖ ਜਿਹੜਾ ਹੈ ਉਹ ਪਹਿਚਾਨ ਕਰ ਸਕਦਾ ਹੈ ਕਿ ਕਿਸੇ ਦੂਸਰੇ ਮਨੁੱਖ ਦੀ। ਕਹਿੰਦੇ ਨੇ ਦਸਤਾਰ, ਗੁਫਤਾਰ ਤੇ ਰਫਤਾਰ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਹੋ ਰਹੀ ਹੈ, ਉੱਥੇ ਬਹੁਤ ਕੁਝ ਸਿੱਖਣ ਰੂਪ ਉਪਦੇਸ਼ ਜਿਹੜਾ ਹੈ ਮਿਲ ਰਿਹਾ ਹੈ। ਤੇ ਕਹਿੰਦੇ ਨੇ ਕਾਮ ਨਾ ਕ੍ਰੋਧ ਨਾ ਲੋਭ ਰਾਈ। ਨਾ ਹੁਣ ਇਸ ਮਹਾਂਪੁਰਖ ਦੇ ਵਿੱਚ ਕੋਈ ਵਾਸ਼ਨਾਵਾਂ, ਨਾ ਇਹਦੇ ਵਿੱਚ ਕੋਈ ਪ੍ਰਬਲ ਕ੍ਰੋਧ ਹੈ, ਨਾ ਹੀ ਇਹਦੇ ਵਿੱਚ ਕੋਈ ਲੋਭ ਹੈ। ਇੱਦਾਂ ਕਹਿ ਲਈਏ ਰਾਈ ਦੇ ਦਾਣੇ ਜਿੰਨਾ, ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ। ਬੇਪਰਵਾਹ ਗਿਰਾ ਸੁਖਦਾਈ। ਉਹ ਬੇਪਰਵਾਹ ਹਨ, ਕਿਸੇ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ, ਉਹ ਕੋਈ ਕੀ ਕਰ ਰਿਹਾ ਹੈ ਸੰਸਾਰ ਦੇ ਉੱਤੇ, ਉਹਨਾਂ ਨੂੰ ਕੀ ਕਹਿ ਰਿਹਾ ਹੈ। ਉਹ ਬੇਪਰਵਾਹ ਪੁਰਖ ਹੈ, ਗਿਰਾ ਸੁਖਦਾਈ। ਉਹਨਾਂ ਦੇ ਉਚਾਰੇ ਹੋਏ ਵਚਨ ਲੋਕਾਈ ਨੂੰ ਜਿਹੜੇ ਨੇ ਸੁਖ ਦੇਣ ਵਾਲੇ ਨੇ। ਇਸ ਤਰ੍ਹਾਂ ਕਹਿ ਲਈਏ, ਜੇ ਕਿਸੇ ਨੂੰ ਸਾਹਮਣੇ ਬਿਠਾ ਕੇ ਉਹਦੀਆਂ ਗਲਤੀਆਂ ਦਾ ਅਹਿਸਾਸ ਵੀ ਕਰਾਉਣਾ ਹੋਵੇ ਤੇ ਉਹਨਾਂ ਦੇ ਵਚਨ ਜਿਹੜੇ ਫਿਰ ਬੇਪਰਵਾਹ ਨਿਕਲਦੇ ਨੇ ਕਿ ਅੱਗੇ ਬਾਬਰ ਬੈਠਾ ਹੈ ਕਿ ਜਾਂ ਇਸ ਤੋਂ ਵੀ ਕੋਈ ਜਿਹੜਾ ਆਪਣੇ ਆਪ ਨੂੰ ਮਹਾਨ ਸ਼ਾਸਕ ਸਮਝ ਲਿਆ ਹੋਵੇ ਉਹ ਬੈਠਾ ਹੈ। ਬੇਪਰਵਾਹੀ ਦੇ ਵਿੱਚ ਜੇ ਕਿਸੇ ਨੂੰ ਉਹਨਾਂ ਨੇ ਤਾੜਨਾ ਕੀਤੀ ਹੈ ਤੇ ਕਿਸੇ ਦੀ ਪਰਵਾਹ ਨਹੀਂ ਕਰਦੇ। ਭੂਪਤ ਨਿਗਟ ਜਾਏ ਜਸਵਰ ਨਾ। ਇਸ ਤਰ੍ਹਾਂ ਜਦੋਂ ਭੂਟਾਨ ਦੇਸ਼ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ ਫੈਲਣ ਲੱਗੀ ਤੇ ਹੁਣ ਇਹ ਤੇ ਸੁਭਾਵਿਕ ਸੀ ਨਾ ਕਿ ਹੌਲੀ ਹੌਲੀ ਸਮੇਂ ਦਾ ਜਿਹੜਾ ਉੱਥੇ ਹਾਕਮ ਹੈ, ਜਿਹੜਾ ਰਾਜਾ ਵਿਭਚਾਰੀ ਹੈ, ਉਹਦੇ ਕੰਨਾਂ ਦੇ ਵਿੱਚ ਵੀ ਜਿਹੜੀ ਹੈ ਨਾ ਇਹ ਗਾਥਾ ਜਿਹੜੀ ਹੈ ਹੁਣ ਗੂੰਜਣ ਲੱਗੀ ਹੌਲੀ ਹੌਲੀ ਵੀ ਇੱਕ ਕੋਈ ਸੰਤ, ਕੋਈ ਮਹਾਂਪੁਰਖ ਜਿਹੜਾ ਆਇਆ ਹੈ, ਉਹਦੀ ਸੰਗਤ ਲੋਕ ਜਿਹੜੇ ਨੇ ਮੇਰੇ ਦੇਸ਼ ਦੇ ਕਰ ਰਹੇ ਹਨ। ਵਹਿਰ ਸੰਤ ਏਕ ਸੁਭ ਆਚਰਨ। ਲੋਕ ਜਾ ਜਾ ਕੇ ਦੱਸਦੇ ਨੇ ਉਸ ਰਾਜੇ ਨੂੰ ਕਿ ਨਗਰ ਦੇ ਬਾਹਰਵਾਰ ਇੱਕ ਸੰਤ ਹੈ,
ਉਹਦਾ ਆਚਰਨ ਜਿਹੜਾ ਹੈ ਨਾ ਬੜਾ ਸ਼ੁਭ ਹੈ। ਦਰਸ਼ਨ ਕਰੋ ਆਪ ਜਲ ਤਾਹੀ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਈ ਵਾਰ ਜ਼ਿੰਦਗੀ ਦੇ ਵਿੱਚ ਮਨੁੱਖ ਕੋਈ ਕਰਮ ਕਰਨਾ ਨਹੀਂ ਚਾਹੁੰਦਾ, ਪਰ ਬਾਰ-ਬਾਰ ਉਹਦੇ ਕੋਲੋਂ ਉਹ ਕਰਮ ਹੋ ਰਿਹਾ ਹੈ ਤੇ ਉਹਦੇ ਕੋਲੋਂ ਉਹ ਖਲਾਸੀ ਚਾਹੁੰਦਾ ਹੈ ਕਿ ਖਲਾਸੀ ਹੋ ਜਾਵੇ, ਪਰ ਉਹਦਾ ਕਈ ਵਾਰ ਜ਼ੋਰ ਨਹੀਂ ਚੱਲਦਾ। ਰਾਜਾ ਵਿਭਚਾਰੀ ਹੈ ਪਰ ਇਸਤਰੀ ਗਮਨ ਹੈ, ਪਰ ਅੰਦਰੋਂ ਤੜਫਦਾ ਹੈ ਕਿ ਇਹ ਵਿਕਾਰ ਮੇਰਾ ਜਿਹੜਾ ਹੈ ਛੁੱਟ ਜਾਵੇ, ਇਹ ਵਿਕਾਰ ਜਿਹੜਾ ਹੈ ਇਹ ਮੇਰੇ ਅੰਦਰੋਂ ਖਤਮ ਹੋ ਜਾਵੇ, ਨਿਕਲ ਜਾਵੇ। ਹੁਣ ਜਦੋਂ ਭੂਟਾਨ ਦੇ ਲੋਕਾਂ ਨੇ ਆਪਣੇ ਸਮੇਂ ਦੇ ਹਾਕਮ ਇਸ ਰਾਜੇ ਨੂੰ ਦੱਸਿਆ ਜਾ ਕੇ ਗੁਰੂ ਨਾਨਕ ਦੇ ਘਰ ਦੀ ਵਡਿਆਈ, ਤੇ ਉਹ ਕਹਿੰਦੇ ਨੇ ਉਹ ਬੜਾ ਮਹਾਂਪੁਰਸ਼ ਹੈ, ਉਹ ਸੰਤ ਹੈ, ਤੇ ਰਾਜੇ ਆਪਾਂ ਤੈਨੂੰ ਇੱਕ ਸਲਾਹ ਦਈਏ, ਜੇ ਤੂੰ ਇਸ ਵਿਕਾਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਕਰਨਾ ਚਾਹੁੰਦਾ ਹੈ, ਸਾਡੀ ਸਲਾਹ ਇਹ ਹੈ ਕਿ ਤੂੰ ਜਿਹੜਾ ਹੈ ਨਾ ਉਸ ਮਹਾਂਪੁਰਖ ਦੇ ਦਰਸ਼ਨ ਕਰ ਲੈ ਜਾ ਕੇ। ਪਿਆਰ ਨਾਲ ਤੂੰ ਸਤਿਨਾਮ ਸ੍ਰੀ ਵਾਹਿਗੁਰੂ। ਧਿਆਨ ਦੇਣਾ, ਕੋਈ ਬਿਮਾਰੀ ਦੀ ਹਾਲਾਤ ਦੇ ਵਿੱਚ ਮਨੁੱਖ ਜਿਹੜਾ ਹੈ ਪਕੜ ਦੇ ਵਿੱਚ ਹੈ ਤੇ ਬੇਅੰਤ ਤਰੀਕਿਆਂ ਦੇ ਨਾਲ ਉਸ ਬਿਮਾਰੀ ਤੋਂ ਛੁਟਕਾਰਾ ਚਾਹੁੰਦਾ ਹੈ, ਪਰ ਉਹ ਤਰੀਕੇ ਜਿਹੜੇ ਨੇ ਸਫਲ ਨਹੀਂ ਹੋ ਰਹੇ। ਤੇ ਅਚਨਚੇਤ ਕਈ ਵਾਰ ਰੱਬੀ ਸਬੱਬੀ ਕੋਈ ਮਨੁੱਖ ਇਹੋ ਜਿਹਾ ਮਨੁੱਖ ਜਾਂਦਾ ਹੈ, ਉਹ ਕਹਿੰਦਾ ਭਲਿਆ ਕਿੱਥੇ ਤੁਰਿਆ ਫਿਰਦਾ ਹੈ, ਇੰਨੇ ਦਵਾਈਆਂ ਦੇ ਉੱਤੇ ਪੈਸੇ ਲੱਖਾਂ ਦੇ ਲੱਖਾਂ ਜਿਹੜੇ ਨੇ ਉਹ ਬਰਬਾਦ ਕਰ ਦਿੱਤੇ, ਤੂੰ ਸਮਾਂ ਵੀ ਇੰਨਾ ਬਰਬਾਦ ਕੀਤਾ, ਆ ਚੱਲ ਇਹਨਾਂ ਵੱਡਿਆਂ ਵੱਡਿਆਂ ਡਾਕਟਰਾਂ ਦੀ ਜਿਹੜੀ ਹੋਂਦ ਹੈ ਉੱਥੇ ਨਹੀਂ ਚੱਲਦੀ ਜਿੱਥੇ ਰੱਬ ਦੇ ਘਰ ਦੀ ਜਿਹੜੀ ਹੈ ਗੱਲ ਚੱਲ ਜਾਂਦੀ ਹੈ। ਆ ਗੁਰੂ ਦੇ ਅੱਗੇ ਅਰਦਾਸ ਕਰ, ਆ ਕਰਕੇ ਗੁਰੂ ਜਿਹੜਾ ਹੈ ਉਹ ਭਲਾ ਕਰੇਗਾ। ਧਿਆਨ ਦੇਣਾ, ਅੰਮ੍ਰਿਤਸਰ ਸਾਹਿਬ ਜੀ ਦੀ ਉਹ ਭੈਣ ਜਿਹੜਾ ਬਈ ਕਈ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਿਤ ਸੀ, ਸ਼ਾਇਦ ਆਪ ਜੀ ਨੇ ਇੰਟਰਨੈਟ ਦੇ ਉੱਤੇ ਅੱਜ ਦੀ ਵੀਡੀਓ ਜਿਹੜੀ ਹੈ ਖੂਬ ਚੱਲ ਰਹੀ ਹੈ। ਉਹ ਭੈਣ ਕਹਿੰਦੀ ਹੈ ਕਿ ਸਮਾਂ ਇੱਦਾਂ ਦਾ ਸੀ ਕਿ ਡਾਕਟਰਾਂ ਨੇ 99% ਇਹ ਕਹਿ ਦਿੱਤਾ ਕਿ ਹੁਣ ਬਚਣ ਦੀ ਉਮੀਦ ਕੋਈ ਨਹੀਂ। ਫਿਰ ਦੱਸਿਆ ਕਿਸੇ ਨੇ ਰਾਹ, ਜਿਸ ਦਾ ਨਾਰਦ ਮੁਨ ਉਪਦੇਸ਼ਿਆ, ਧਰੂ ਨੂੰ ਜਿਹੜਾ ਸੀ ਨਾਰਦ ਮੁਨ ਨੇ ਜਿਹੜਾ ਹੈ ਉਪਦੇਸ਼ ਦਿੱਤਾ। ਮਾਂ ਨੂੰ ਕਹਿੰਦਾ ਹੈ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਮੇਰੀ ਮਾਂ ਮੈਨੂੰ ਗੋਦ 'ਚੋਂ ਬਿਠਾਏ ਹੋਏ ਨੇ, ਮਤਰਈ ਮਾਂ ਨੇ ਉਠਾ ਦਿੱਤਾ, ਮੈਂ ਉਹ ਗੱਦੀ ਚਾਹੁੰਦਾ ਹਾਂ ਪਿਤਾ ਵਾਲੀ, ਮੈਨੂੰ ਉਹ ਰਾਜ ਭਾਗ ਮਿਲ ਜਾਵੇ, ਮੈਂ ਵੀ ਗੋਦ ਦਾ ਆਨੰਦ ਮਾਣਨਾ ਚਾਹੁੰਦਾ ਹਾਂ। ਮਾਂ ਕਹਿੰਦੀ ਹੈ ਕਰਮਾਂ ਕਰਕੇ ਮੈਂ ਭਗਤੀ ਨਹੀਂ ਕੀਤੀ, ਭਗਤੀ ਤੋਂ ਵਾਂਝੀ ਰਹਿ ਗਈ। ਕਹਿਣ ਲੱਗੀ ਕਿੱਦਾਂ ਮਿਲੇਗਾ? ਤੇ ਮਾਂ ਕਹਿੰਦੀ ਹੈ ਤੂੰ ਭਗਤੀ ਕਰ, ਫਿਰ ਰੱਬ ਜਿਹੜਾ ਹੈ ਤੈਨੂੰ ਇਹ ਰਾਜ ਭਾਗ ਦੇ ਦੇਗਾ। ਤੇ ਉਹ ਫਿਰ ਧਰੂ ਜਿਹੜਾ ਹੈ ਉਹ ਭਗਤੀ ਕਰਦਾ ਹੈ ਤੇ ਬਿਲਕੁਲ ਸੱਚਾਈ ਬਾਣੀ ਨੇ ਮੋਹਰ ਲਾਈ। ਜੇ ਕਿਤੇ ਰਾਜ ਭਾਗ ਦੀ ਕਾਮਨਾ ਵੀ ਮਨ ਦੇ ਵਿੱਚ ਆ ਜਾਵੇ ਤੇ ਇਹਨਾਂ ਭਗਤਾਂ ਨੂੰ ਯਾਦ ਕਰ ਲੈਣਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹ ਰਾਜ ਭਾਗ ਥੱਲੇ ਰਹਿ ਗਿਆ, ਰੱਬ ਦੇ ਘਰ ਦੇ ਵਿੱਚ ਪਰਮਾਨੇ ਗਏ। ਉੱਥੇ ਜਦੋਂ ਅਰਦਾਸ ਹੋਈ, ਉਹ ਧੀ ਜਿਹੜੀ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਨਿਤਾ ਪ੍ਰਤੀ ਸੇਵਾ ਦੇ ਵਿੱਚ ਜਿਹੜੀ ਹੈ ਉਹ ਜੁਟ ਗਈ। ਵਾਹਿਗੁਰੂ ਜੀ ਦੇ ਘਰ ਦੀ ਕਿਰਪਾ ਹੋਈ, ਗੁਰੂ ਕੀ ਸੰਗਤ ਜੀ। ਅੱਜ ਉਹ ਧੀ, ਅੱਜ ਉਹ ਭੈਣ ਜਿਹੜੀ ਹੈ, ਅੱਜ ਉਹ ਬੀਬੀ ਨੋਰਮਲ ਹੈ, ਆਪਣੇ ਪਰਿਵਾਰ ਦੇ ਵਿੱਚ ਜਿਹੜੀ ਹੈ ਜੀਵਨ ਬਸਰ ਕਰ ਰਹੀ ਹੈ। ਇਹ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ। ਅੰਦਰੋਂ ਤੜਫਿਆ ਹੋਇਆ ਹੈ, ਵਿਕਾਰਾਂ ਨੂੰ ਛੱਡਣਾ ਚਾਹੁੰਦਾ ਹੈ, ਪਰ ਰਸਤਾ ਕੋਈ ਨਹੀਂ ਮਿਲ ਰਿਹਾ। ਹੁਣ ਲੋਕ ਆ ਕੇ ਕਹਿੰਦੇ ਦਰਸ਼ਨ ਕਰੋ ਆਪ ਚੱਲ ਤਾਹੀਂ। हे ਰਾਜਨ, ਉਹ ਮਹਾਂਪੁਰਖ ਦੇ ਤੂੰ ਦਰਸ਼ਨ ਜਾ ਕੇ ਕਰਨੇ ਕਰ। ਸੁਣਤ ਬਚਨ ਕਲ ਮਲ ਮਿਟ ਜਾਹੀ। ਉਹਦੇ ਬਚਨ ਸੁਣਨ ਦੇ ਨਾਲ, ਉਹਦੇ ਮੁਖਾਰ ਬਿੰਦ ਤੋਂ ਨਿਕਲੇ ਹੋਏ ਬਚਨ ਕੋਈ ਕੰਨਾਂ ਦੇ ਨਾਲ ਸੁਣ ਲਵੇ ਤੇ ਉਹਦੇ ਪਾਪ ਜਿਹੜੇ ਨੇ, ਦੁੱਖ ਜਿਹੜੇ ਨੇ ਕੱਟੇ ਜਾਂਦੇ ਨੇ। ਰਾਜਨ ਨਰਨ ਪਰ ਬੋਧਿਓ ਨਰ ਪਤ ਆਵੋ। ਹੁਣ
ਕਿਸੇ ਦੇ ਪ੍ਰਬੋਧਿਆਂ ਭਾਵ ਕਿਸੇ ਦੇ ਸਮਝਾਇਆ ਰਾਜਾ ਜਿਹੜਾ ਹੈ ਮੰਨ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਵੱਲ ਦੌੜਾ ਚੱਲਿਆ ਆਇਆ ਹੈ। ਵਸਤਰ ਆਹਾਰ ਉਪਾਈ ਨ ਲਜਾਇਓ। ਤੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਹੋਣ ਦੇ ਲਈ ਇਹਨੇ ਵਸਤਰ ਲਏ ਹਨ ਤੇ ਬੜੇ ਹੋਰ ਉਪਹਾਰ ਜਿਹੜੇ ਨੇ ਉਹਨਾਂ ਨੂੰ ਭੇਟਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਵੱਲ ਜਾ ਰਿਹਾ ਹੈ ਜੀ। ਆਨ ਚਰਨ ਪਰ ਬੰਧਨ ਕਰਕੇ ਜਦੋਂ ਪਹੁੰਚਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਆਪਣਾ ਮਸਤਕ ਭਾਵ ਮੱਥਾ ਟੇਕਿਆ ਹੈ। ਕਰੀ ਬਿਨੇ ਬਚ ਦੀਨ ਉਚਰ ਗਏ। ਬੜਾ ਦੀਨ ਬਣ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਏਦਾਂ ਕਹਿਣ ਲੱਗਾ, ਕਰੋ ਉਪਾਇ ਨ ਅੰਗੀਕਾਰ। ਕਹਿਣ ਲੱਗੇ, ਹੇ ਸਾਧੂ, ਹੇ ਸੰਤ ਜੀ, ਤੁਸੀਂ ਆ ਮੇਰੇ ਉਪਹਾਰ ਜਿਹੜੇ ਨੇ ਅੰਗੀਕਾਰ ਕਰੋ, ਭਾਵ ਇਹਨਾਂ ਨੂੰ ਆਪਣੇ ਕੋਲ ਰੱਖ ਲਵੋ ਜੀ। ਰੁਚ ਸੋ ਖਾਵੋ ਰੋਚਿਰ ਆਹਾਰ। ਹੇ ਸੰਤ ਜੀ, ਤੁਸੀਂ ਇਹ ਚੰਗੇ ਆਹਾਰ ਛਕੋ ਤੇ ਨਿੱਧਾ ਪ੍ਰਤੀ ਜਿੱਦਾਂ ਵੀ ਚਾਹੋਗੇ ਉਦਾਂ ਵੀ ਤੁਸੀਂ ਭੋਜਨ ਛਕੋ ਜੀ। ਸੁੰਦਰ ਪਹਿਰੋ ਚੀਰ ਸਰੀਰਾ। ਆ ਚੀਰ ਬੜੇ ਸੁੰਦਰ ਵਸਤਰ ਤੁਹਾਡੇ ਲਈ ਲਿਆਂਦੇ ਨੇ, ਇਹ ਵਸਤਰਾਂ ਨੂੰ ਤੁਸੀਂ ਜਿਹੜਾ ਹੈ ਪਹਿਨਣਾ ਕਰੋ ਜੀ। ਸੰਤ ਰੂਪ ਤੁਮ ਗੁਣੀ ਗਹੀਰਾ। ਤੁਸੀਂ ਸੰਤ ਰੂਪ ਹੋ, ਤੁਸੀਂ ਗੁਣਾਂ ਦੀ ਖਾਨ ਹੋ। ਦੋਹਰਾ ਗੁਰ ਕੈ ਹੰਬਰੇ ਕਾਜਨ ਦੇਹੋ ਗਰੀਬਨ ਜਾਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਗੁਰੂ ਕਿਰਪਾ ਆਖੋ ਸਤਨਾਮ। ਗੁਰ ਕਹੈ ਹਮਰੇ ਕਾਜ ਨਾ ਹੈ। हे ਰਾਜਨ, ਕਿੰਨਾ ਚੀਜ਼ਾਂ ਦੇ ਨਾਲ ਲੁਬਾਰਿਆ ਸਨ। ਇਹ ਚੀਜ਼ਾਂ ਸਾਡੇ ਕੰਮ ਦੀਆਂ ਨਹੀਂ। ਇਹ ਕੱਪੜੇ, ਇਹ ਧਨ ਦੌਲਤ, ਇਹ ਆਹਾਰ ਆਦਿਕ ਸਾਨੂੰ ਨਹੀਂ ਚਾਹੀਦੇ। ਇਸ ਤਰ੍ਹਾਂ ਕਰ ਇਹਨਾਂ ਨੂੰ ਗਰੀਬਾਂ ਦੇ ਵਿੱਚ ਜਿਹੜਾ ਮੁਹਤਾਜਾਂ ਦੇ ਵਿੱਚ ਵੰਡ ਦੇ। ਤਿਰ ਪਤ ਸਰਬ ਵਸਤੂਨ ਸੋ ਹਮ ਕੋ ਚਾਹੇ ਨ ਖਾਏ। ਅਸੀਂ ਇਹਨਾਂ ਵਸਤੂਆਂ ਤੋਂ ਉਪਰਾਮ ਹਾਂ, ਸਾਨੂੰ ਇਹਨਾਂ ਦੇ ਵਿੱਚੋਂ ਕੁਝ ਨਹੀਂ ਚਾਹੀਦਾ। ਚੌਪਾਈ ਸਰਦਾ ਔਰ ਤਰ ਜੋਰੇ ਹੱਥ। ਬੜੀ ਸ਼ਰਧਾ ਲੈ ਕਰਕੇ ਦੋਨੋਂ ਹੱਥ ਇਹਨੇ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਦੇ ਸਨਮੁਖ ਜੋੜਨੇ ਕੀਤੇ ਹਨ ਜੀ। ਬੋਲਿਓ ਬਚਨ ਬਹੁਰ ਨਰ ਨਾਥ। ਉਹਨਾਂ ਲੋਕਾਂ ਦਾ ਇਹ ਰਾਜਾ ਇਸ ਤਰ੍ਹਾਂ ਫਿਰ ਬੋਲਣ ਲੱਗਾ ਹੈ। ਸੰਤ ਤੁਮੇ ਪਰਵਾਹ ਨਾ ਕੋਈ। ਕਹਿਣ ਲੱਗੇ, हे ਮਹਾਂਪੁਰਖੋ, ਤੁਸੀਂ ਤੇ ਸੰਤ ਹੋ, ਤੁਹਾਨੂੰ ਕਿਸ ਗੱਲ ਦੀ ਪਰਵਾਹ ਹੈ? ਤੁਹਾਨੂੰ ਤੇ ਕਿਸੇ ਦਾ ਕੋਈ ਡਰ ਥੋੜਾ ਹੈ ਜੀ। ਮੇਰਾ ਇਸ ਬੇਦ ਭਲਾ ਨਾ ਹੋਈ। ਮੈਂ ਤੁਹਾਨੂੰ ਉਪਹਾਰ ਦੇਣਾ ਚਾਹੁੰਦਾ, ਤੁਸੀਂ ਇਹਨੂੰ ਕਬੂਲ ਕਰ ਲਓ। ਜੇ ਤੁਸੀਂ ਕਬੂਲ ਕਰ ਲਵੋ ਤੇ ਮੇਰਾ ਫਿਰ ਜਿਹੜਾ ਹੈ ਉਹ ਭਲਾ ਹੈ। ਪਰ ਹੁਣ ਤੁਸੀਂ ਕਹਿ ਰਹੇ ਹੋ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ, ਤੇ ਇਸ ਭੂਟਾਨ ਦੇਸ਼ ਦੇ ਵਿੱਚ ਕੋਈ ਸਾਧੂ ਚੱਲ ਕੇ ਆਵੇ, ਕੋਈ ਮਹਾਂਪੁਰਖ ਚੱਲ ਕੇ ਆਵੇ, ਉਹਨੂੰ ਤੇ ਮੈਂ ਅੱਗੇ ਵੀ ਉਪਹਾਰ ਦਿੰਦਾ, ਤੇ ਜੇ ਉਹ ਉਪਹਾਰ ਮੇਰੇ ਗ੍ਰਹਿਣ ਕਰ ਲਵੇ ਤੇ ਮੈਂ ਇੱਦਾਂ ਸਮਝਦਾ ਹਾਂ ਕਿ ਮੇਰਾ ਕਲਿਆਣ ਹੋ ਗਿਆ, ਮੇਰਾ ਭਲਾ ਹੋ ਗਿਆ। ਤੇ ਤੁਸੀਂ ਤੇ ਸਿੱਧੀ ਨਾ ਕਰ ਦਿੱਤੀ ਹੈ, ਹੁਣ ਮੇਰਾ ਜਿੱਦਾਂ ਹੈ ਭਲਾ ਨਹੀਂ ਹੋਣਾ। ਸੰਤ ਸਦੀਪ ਸਰਬ ਉਪਕਾਰੀ। ਸੰਤ ਤੇ ਸਦਾ ਹੀ ਪਰ ਉਪਕਾਰ ਵਾਸਤੇ ਹੁੰਦੇ ਹਨ। ਸੰਤ ਤਾਂ ਸਦਾ ਹੀ ਦਇਆਨਿਧ ਹੁੰਦੇ ਹਨ। ਸੰਤ ਤਾਂ ਸਦਾ ਹੀ ਦੂਸਰਿਆਂ ਦਾ ਭਲਾ ਲੋਚਦੇ ਹਨ। ਕਰੋ ਭਲਾ ਲਿਓ ਭੇਟ ਹਮਾਰੀ। ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰਾ ਭਲਾ ਕਰੋ। ਆਹ ਵਸਤੂਆਂ ਵਾ ਜਿਹੜੀਆਂ ਉਪਹਾਰ ਰੂਪ ਤੁਹਾਨੂੰ ਦਿੱਤੀਆਂ ਨੇ, ਇਹ ਭੇਟਾਵਾਂ ਮੇਰੀਆਂ ਸਤਿਕਾਰ ਕਰ ਲਓ ਜੀ। ਰਾਵਰ ਸਰਨ ਪਰਿਓ ਮੈਂ ਆਈ। ਮੈਂ ਆਪ ਜੀ ਨੂੰ ਸੰਤ ਜਾਣ ਕਰਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਸੁਣੀ ਸਰੋਣ ਮੈਂ ਦੇਖ ਬੜਾਈ। ਮੈਂ ਆਪਣੇ ਕੰਨਾਂ ਦੇ ਨਾਲ ਆਪਣੇ ਭੂਟਾਨ ਦੇਸ਼ ਦੇ ਵਾਸੀਆਂ ਦੇ ਕੋਲ ਤੁਹਾਡੀ ਬੜੀ ਪ੍ਰਸ਼ੰਸਾ ਸੁਣੀ ਹੈ, ਤੁਹਾਡੀ ਬੜੀ ਵਡਿਆਈ ਸੁਣੀ ਹੈ। ਕਿਰਪਾ ਧਰ ਗੁਰ ਕਹੋ ਬੋਰੀ।
ਆਂਦੇ ਫਿਰ ਕਿਰਪਾ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਵਚਨ ਕਰਨੇ ਕੀਤੇ। ਕਰਨ ਭਲਾ ਨਿਜ ਚਾਹੇ ਜਦੋਰੀ। हे ਰਾਜਨ, ਜੇ ਤੂੰ ਚਾਹੁੰਦਾ ਹੈ ਕਿ ਤੇਰਾ ਭਲਾ ਹੋ ਜਾਵੇ, ਜੇ ਤੂੰ ਚਾਹੁੰਦਾ ਹੈ ਮੇਰੀ ਕਲਿਆਣਤਾ ਹੋ ਜਾਵੇ, ਤਜ ਬੇਵਿਚਾਰ ਪਾਪ ਕਮਾਵਤ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਤੂੰ ਵਿਚਾਰਾਂ ਦੇ ਵਿੱਚ ਲੱਗਾ ਹੋਇਆ ਹੈ, ਜਿਹੜੀਆਂ ਵਾਸ਼ਨਾਵਾਂ ਨੇ ਤੇਰੇ ਸਰੀਰ ਨੂੰ, ਤੇਰੇ ਮਨ ਨੂੰ ਪਕੜਿਆ ਹੋਇਆ ਹੈ, ਨਿਤ ਪਰੇਤਰੇ ਸੋ ਕੇਲ ਰਚਾਵਤ। ਤੂੰ ਨਿਤਾ ਪ੍ਰਤੀ ਆਪਣੇ ਰਾਜ ਭਾਗ ਦੀ ਹੰਤਾ ਦੇ ਕਰਕੇ ਉਹਨਾਂ ਗਰੀਬੜਿਆਂ ਦੀਆਂ ਧੀਆਂ ਭੈਣਾਂ ਦੇ ਨਾਲ ਜਿਹੜਾ ਵਿਚਾਰ ਕਮਾਉਂਦਾ ਹੈ। ਜੇ ਤੂੰ ਤਜੇ ਮਾਨ ਬਚ ਹੰਬਰਾ। ਮੈਂ ਤੇਰੀਆਂ ਵਸਤੂਆਂ ਤਾਂ ਕਬੂਲ ਕਰਾਂਗਾ, ਮੈਨੂੰ ਇੱਕ ਵਚਨ ਦੇ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਤੂੰ ਤਜਹੇ ਮਾਂਦ ਬਚ ਹਮਰਾ, ਜੇ ਤੂੰ ਇਹ ਕਰਮ ਕਰਨਾ ਛੱਡ ਦਵੇਂ ਤੇ ਇਹ ਜਿਹੜਾ ਬਚਨ ਆਪਾਂ ਤੈਨੂੰ ਕਹਿ ਰਹੇ ਨਾ ਕਿ ਤੂੰ ਇਹ ਛੱਡ ਦੇ ਕੰਮ ਕਰਨਾ, ਜੇ ਤੂੰ ਇਹ ਮੰਨ ਲਵੇਂ, ਸਰਬ ਪ੍ਰਕਾਰ ਭਲਾ ਹਵ ਤੁੰਬਰਾ। ਫਿਰ ਕੁਝ ਕਰਨ ਦੀ ਲੋੜ ਨਹੀਂ, ਕਿਤੇ ਭਟਕਣ ਦੀ ਲੋੜ ਨਹੀਂ। ਇਹ ਮਾੜਾ ਕਰਮ ਜਿਹੜਾ ਤੂੰ ਨਿਤਾ ਪ੍ਰਤੀ ਕਰ ਰਿਹਾ ਹੈ, ਬਸ ਸਾਡੇ ਬਚਨ ਮੰਨ ਲੈ। ਅੱਜ ਤੋਂ ਬਾਅਦ ਵਿਚਾਰ ਕਮਾਉਣਾ ਛੱਡ ਦੇ, ਤੇਰਾ ਜਿਹੜਾ ਹੈ ਉਹ ਕਲਿਆਣਤਾ ਹੋ ਜਾਵੇਗੀ, ਤੇਰਾ ਜਿਹੜਾ ਹੈ ਭਲਾ ਹੋ ਜਾਵੇਗਾ। ਅਪਰ ਪਰਦਾਰਥ ਕੀਜੇ ਚਾਹੀ। ਇਸ ਤੋਂ ਛੁੱਟ, ਜੇ ਤੇਰੀ ਕੋਈ ਮਨ ਦੀ ਹੋਰ ਉਮੀਦ ਹੈ, ਤੇਰੇ ਮਨ ਦੇ ਵਿੱਚ ਕੋਈ ਹੋਰ ਲਾਲਸਾ ਹੈ, ਸਹੁ ਦਿਵਾਏ ਦੇ ਪ੍ਰਭ ਪਾਹੀ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ, ਜੋ ਜੋ ਤੈਨੂੰ ਚਾਹੀਦਾ ਹੈ ਉਹ ਮਾਲਕ ਤੇਰੀ ਝੋਲੀ ਭਰ ਦੇਵੇਗਾ। ਸੁਨ ਕਰ ਭੂਪਤ ਸਰਦਾ ਬੜਾਈ। ਇੱਦਾਂ ਰਮਨੀਕ ਬਚਨ, ਸ਼ੁਭਨੀਕ ਬਚਨ ਸੁਣੇ ਨਾ ਇਸ ਰਾਜੇ ਘੁਟਾਉਂਦੇ ਨੇ, ਇਹਦੀ ਮਨ ਦੀ ਸ਼ਰਧਾ ਜਿਹੜੀ ਹੈ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਹੋਰ ਜਿਹੜੀ ਹੈ ਢਹਿ ਪਈ ਹੈ ਜੀ। ਸਿੱਖ ਹੋਣ ਕੀ ਗਿਰਾ ਅਲਾਈ। ਦੋਨੋਂ ਹੱਥ ਜੁੜ ਗਏ ਤੇ ਕਹਿਣ ਲੱਗਾ, ਹੇ ਦੀਨਾਂ ਦੇ ਨਾਥ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰੋ ਕਿਰਪਾ, ਮੈਨੂੰ ਆਪਣਾ ਜਿਹੜਾ ਹੈ ਸਿੱਖ ਬਣਾਉਣਾ ਕਰੋ ਜੀ। ਮਨ ਚੰਚਲ ਵਿਸਯਨ ਲਵਟਾਵਾ। ਮੇਰਾ ਮਨ ਚੰਚਲ ਹੈ, ਇਹ ਵਿਸ਼ਿਆਂ ਦੇ ਵਿੱਚ ਜਿਹੜਾ ਹੈ, ਵਿਕਾਰਾਂ ਦੇ ਵਿੱਚ ਜਿਹੜਾ ਹੈ ਬਾਰ-ਬਾਰ ਲਪਟਦਾ ਹੈ ਜੀ। ਤੇ ਰਸ ਤੇ ਕਬ ਨਹੀਂ ਤ੍ਰਿਪਤਾਵਾ। ਤੇ ਪਰ ਇਸਤਰੀ ਗਮਨ ਦੇ ਰਸ ਤੋਂ ਇਹ ਜਿਹੜਾ ਹੈ ਕਦੇ ਛੁੱਟਦਾ ਨਹੀਂ ਹੈ। ਨਿਤ ਪ੍ਰਤ ਲਾਲ ਸਬਦੇ ਬਦੇਰੀ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵਿਚਾਰ ਕਮਾਉਣ ਦੀ, ਪਰ ਇਸਤਰੀ ਗਮਨ ਦੀ ਜਿਹੜੀ ਲਾਲਸਾ ਹੈ, ਜੋ ਲਾਲਚ ਹੈ, ਜੋ ਲੋਭ ਹੈ, ਇਹ ਘਟਦਾ ਨਹੀਂ। ਧੰਨ ਗੁਰੂ ਨਾਨਕ ਜੀ, ਇਹ ਦਿਨੋਂ ਦਿਨ ਜਿਹੜਾ ਹੈ ਅੰਦਰ ਮੇਰੇ ਵੱਧਦਾ ਜਾਂਦਾ ਹੈ। ਜਿਉਂ ਈਂਧਣ ਤੇ ਅਗਨ ਕਨੇਰੀ। ਜਿਸ ਤਰ੍ਹਾਂ ਬਲਦੀ ਹੋਈ ਅੱਗ ਦੇ ਉੱਤੇ ਹੋਰ ਬਾਲਣ ਸੁੱਟ ਦਈਏ ਤੇ ਉਹ ਅੱਗ ਦੇ ਜਿਹੜੇ ਨੇ ਭਾਂਬੜ ਮੱਚ ਜਾਂਦੇ ਨੇ ਨਾ, ਇੱਦਾਂ ਇਹ ਵਾਸ਼ਨਾ ਦੀ ਅੱਗ ਜਿਹੜੀ ਹੈ ਉਹਦੇ ਭਾਂਬੜ ਮੇਰੇ ਹਿਰਦੇ ਵਿੱਚ ਵਸਦੇ ਹਨ। ਨਿਜ ਉਪਦੇਸ਼ ਸੁਣਾਏ ਵਿਸਾਲਾ। ਇਸ ਕਰਕੇ ਹੁਣ ਤੁਸੀਂ ਮੈਨੂੰ ਆਪਣਾ ਜਿਹੜਾ ਹੈ ਉਪਦੇਸ਼ ਜਿਹੜਾ ਹੈ ਬਖਸ਼ਣਾ ਕਰੋ, ਆਪਣਾ ਸਿੱਖ ਬਣਾ ਲਓ। ਮਮ ਮਨ ਮੋਰ ਗੁਰੂ ਕਿਰਪਾਲਾ। हे ਕਿਰਪਾਲਤਾ ਦੇ ਸਾਗਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰੋ ਕਿਰਪਾ। ਆ ਜਿਹੜਾ ਮੇਰਾ ਮਨ ਵਾਸ਼ਨਾਵਾਂ ਦੇ ਅਧੀਨ ਚੱਲਦਾ ਪਿਆ ਹੈ, ਇਹਨੂੰ ਉਸ ਮਾਰਗ ਤੋਂ ਮੋੜ ਲਓ, ਉਸ ਮਾਰਗ ਤੋਂ ਜਿਹੜਾ ਹੈ ਹਟਾ ਲਓ ਜੀ।
ਸੁਣ ਕੇ ਦੀਨ ਬੰਦ ਅਸ ਬਚਨ। ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਇਹਦੇ ਇਹ ਬਚਨ ਸੁਣੇ ਨਾ ਗੁਰੂ ਕੀ ਸੰਗਤ ਜੀ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਇਹਨੂੰ ਕੁਝ ਜਿਹੜਾ ਹੈ ਉਹ ਕਹਿਣ ਲੱਗੇ ਹਨ। ਬੋਲੇ ਤੇ ਵਿਰਾਗ ਕੀ ਰਚਨਾ। ਉਦੋਂ ਫਿਰ ਵਿਰਾਗ ਦੀ ਰਚਨਾ ਜਿਹੜੇ ਨੇ ਉਹ ਕਹਿਣ ਲੱਗੇ ਨੇ। ਵਸਤੂ ਵਾਚਕ ਜਿਹੜਾ ਹੈ ਅੱਗੇ ਪ੍ਰਸੰਗ ਚੱਲਣਾ ਹੈ, ਧਿਆਨ ਦੇਣਾ ਗੁਰੂ ਕੀ ਸੰਗਤ ਜੀ। ਅੱਗੇ ਜਿਤਨੇ ਵੀ ਬਚਨ ਆਉਣਗੇ ਉਹ ਨੇ ਵਸਤੂਵਾਚਕ। ਵਸਤੂਵਾਚਕ ਉਹ ਹੈ ਜਿੱਥੋਂ ਕਾਮ ਜਿਹੜਾ ਹੈ ਉਹ ਟੁੱਟ ਜਾਂਦਾ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਨੁੱਖ ਨੂੰ ਇਸ ਤਰ੍ਹਾਂ ਸਮਝਾਉਣਾ ਕਿ ਜਿਨ੍ਹਾਂ ਚੀਜ਼ਾਂ ਦੇ ਮਗਰ ਤੂੰ ਲੱਗਾ ਹੋਇਆ ਹੈ ਉਹਨਾਂ ਦੇ ਵਿੱਚ ਕੁਝ ਨਹੀਂ ਰੱਖਿਆ, ਉਹਨੂੰ ਕਹਿੰਦੇ ਨੇ ਵਸਤੂਵਾਚਕ ਭਾਵ ਵਾਸ਼ਨਾਵਾਂ ਦੇ ਅਧੀਨ ਕੋਈ ਚੱਲਦਾ ਹੋਵੇ। ਜਿਸ ਤਰ੍ਹਾਂ ਕੋਈ ਲੋਭ ਦੇ ਵਿੱਚ ਫਸਿਆ ਹੋਵੇ ਤੇ ਉਹਨੂੰ ਸੰਤੋਖ ਦੀਆਂ ਗੱਲਾਂ ਦੱਸੀਏ, ਉਹਨੂੰ ਸੰਤੋਖ ਦੀਆਂ ਗਾਥਾਵਾਂ ਸੁਣਾਈਏ ਤਾਂ ਕਿ ਉਹਦਾ ਮਨ ਜਿਹੜਾ ਹੈ ਲੋਭ ਤੋਂ ਜਿਹੜਾ ਹੈ ਉਹ ਪਰਤ ਕੇ ਸੰਤੋਖ ਵੱਲ ਚਲਾ ਜਾਵੇ। ਕੋਈ ਹੰਕਾਰੀ ਹੋ ਗਿਆ ਹੈ ਤੇ ਹੰਕਾਰ ਦੇ ਤੁਲ ਜਿਹੜਾ ਹੈ ਉਹ ਦਇਆ ਹੈ। ਇਸੇ ਪ੍ਰਕਾਰ ਜੇ ਕੋਈ ਵਾਸ਼ਨਾਵਾਂ ਦੇ ਅਧੀਨ ਚੱਲ ਪਵੇ ਤੇ ਗੁਣੀ ਜਨਾਂ ਨੇ ਉਹਨੂੰ ਵਸਤੂਵਾਚਕ ਜਿਹੜਾ ਹੈ ਪ੍ਰਕਰਮ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਸੋ ਅੱਗੇ ਜਿਤਨੀਆਂ ਪੰਕਤੀਆਂ ਇਸ ਪਾਵਨ ਪਵਿੱਤਰ ਗ੍ਰੰਥ ਦੀਆਂ ਆ ਰਹੀਆਂ ਨੇ ਉਹ ਰਾਜੇ ਨੂੰ ਉਪਦੇਸ਼ ਰੂਪਕ ਹਨ। ਤੇ ਧਿਆਨ ਦੇਣਾ ਦੁਨੀਆ ਦੇ ਉੱਤੇ ਅੱਜ ਵੀ ਜਿਹੜਾ ਪਰਾਏ ਸਰੀਰ ਦੇ ਉੱਤੇ ਲੋਭਾਇਮਾਨ ਹੈ, ਉਹ ਭਾਵੇਂ ਮਨੁੱਖ ਹੋਵੇ ਭਾਵ ਉਹ ਭਾਵੇਂ ਵੋਮੈਨ ਹੋਵੇ, ਭਾਵੇਂ ਉਹ ਮੈਨ ਹੋਵੇ ਆਤਮ, ਉਹ ਪੁਰਸ਼ ਹੋਵੇ ਜਾਂ ਇਸਤਰੀ ਹੋਵੇ, ਉਹ ਇਸ ਗੱਲ ਦੀ ਅੱਜ ਪੂਰਤੀ ਕਰਕੇ ਜਾਣਾ ਕਿ ਵਾਸ਼ਨਾਵਾਂ ਦੇ ਵਿੱਚ ਜੀਵਨ ਜਿਹੜੇ ਨੇ ਬਰਬਾਦ ਹੋ ਜਾਂਦੇ ਨੇ, ਮਿਲਦਾ ਕੁਝ ਨਹੀਂ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਦੇ ਭਰਮ ਜਿਹੜੇ ਨੇ ਕੱਟਣ ਲੱਗੇ ਨੇ। ਉਹ ਕਿਸ ਤਰ੍ਹਾਂ ਕੱਟਦੇ ਨੇ, ਉਹ ਕੁਝ ਕੁ ਗੱਲਾਂ ਦਾ ਅਧਿਆਨ ਇਹਨੂੰ ਉਪਦੇਸ਼ ਰੂਪ ਦੇਣ ਲੱਗੇ ਹਨ ਜੀ। ਕੋ ਨਿਰਭ ਤੇ ਮੈਂ ਕੋ ਵਥਨੀ ਕੇ। ਕਹਿਣ ਲੱਗੇ ਜਿਸ ਸਰੀਰ ਦੇ ਪਿੱਛੇ ਤੂੰ ਦੌੜਿਆ ਫਿਰਦਾ ਹੈ, ਦੱਸ ਹਾਂ ਭਲਾ ਇਸ ਸਰੀਰ ਦੇ ਵਿੱਚ ਕੋਈ ਚੰਗੀ ਗੱਲ ਕਿਹੜੀ ਹੈ। ਜਿਸ ਅਵਲੋਕ ਪ੍ਰੀਤ ਹਾਵੇ ਜੀ ਕੇ। ਜਿਹਦੇ ਕਰਕੇ ਤੂੰ ਇਸ ਸਰੀਰ ਦੇ ਨਾਲ ਬੜੀ ਪ੍ਰੀਤੀ ਪਾਈ ਰੱਖਦਾ ਹੈ। ਇਹ ਸਰੀਰ ਦੇ ਵਿੱਚ ਹੈ ਕੀ ਹੈ ਜਿਹੜੇ ਸਰੀਰ ਦੇ ਮਗਰ ਤੂੰ ਦੌੜਿਆ ਫਿਰਦਾ ਹੈ। ਜੇ ਲੋਚਨ ਕੈ ਕਮਲ ਸਮਾਨਾ। ਉਹ ਰਾਜੇ ਮੇਰੀ ਗੱਲ ਸੁਣ, ਜਿਨ੍ਹਾਂ ਅੱਖਾਂ ਨੂੰ ਤੂੰ ਕਹਿੰਦਾ ਹੈ ਇਹ ਅੱਖਾਂ ਬੜੀਆਂ ਸੋਹਣੀਆਂ ਨੇ। ਗੀੜ ਬਹਿਤ ਜੇ ਪੀਖਤ ਗਿਲਾਨਾ। ਤੇ ਉਹਨਾਂ ਅੱਖਾਂ ਦੇ ਵਿੱਚ ਤਾਂ ਗੋਡੇ ਗੋਡੇ ਜਿਹੜੀ ਹੈ ਉਹ ਗਿੱਧ ਵਸਦੀ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਇਸਤਰੀ ਦਾ ਰੂਪ ਦੇਖ ਕੇ ਤੂੰ ਉਹਨਾਂ ਦੀਆਂ ਅੱਖਾਂ ਦਾ ਜਦੋਂ ਜਿਹੜਾ ਹੈ ਸੁਅਪਨ ਦੇ ਵਿੱਚ ਜਿਹੜਾ ਹੈ ਜ਼ਿਕਰ ਕਰਦਾ ਹੈ, ਅੱਖਾਂ ਬੜੀਆਂ ਸੋਹਣੀਆਂ ਨੇ। ਧਿਆਨ ਦੇਣਾ ਸਿੱਖ ਰਹਿਤ ਮਰਿਆਦਾ ਨੇ ਇਸ ਗੱਲ ਦੀ ਹਾਮੀ ਭਰੀ ਹੈ। ਇੱਕ ਇਸਤਰੀ ਇੱਕ ਪੁਰਖ ਪਤੀ ਪਤਨੀ ਨੂੰ ਛੱਡ ਕੇ ਤੇ ਪਤਨੀ ਜਿਹੜਾ ਹੈ ਪਤੀ ਨੂੰ ਛੱਡ ਕੇ ਪਰ ਇਸਤਰੀ ਪਰ ਪੁਰਸ਼ ਦੇ ਨਾਲ ਜਿਹਦਾ ਜੀਵਨ ਚੱਲਦਾ ਹੈ ਉਹ ਨਰਕਾਂ ਦਾ ਵੀ ਭਾਗੀ ਹੈ ਤੇ ਉਹ ਤਨਖਾਹ ਦਾ ਵੀ ਹੱਕਦਾਰ ਹੈ। ਇਸ ਕਰਕੇ ਇਹਨੂੰ ਕੁਰੈਤ ਦੇ ਵਿੱਚ ਜਿਹੜਾ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਗਣਿਤ ਕੀਤਾ ਗਿਆ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜਿਨ੍ਹਾਂ ਅੱਖਾਂ ਨੂੰ ਤੂੰ ਬੜੀਆਂ ਸੁੰਦਰ ਕਹਿੰਦਾ ਹੈ ਨਾ, ਕਿ ਅੱਖਾਂ ਬੜੀਆਂ ਸੁੰਦਰ ਨੇ ਸਰੀਰ ਦੀਆਂ। ਧਿਆਨ ਦੇਣਾ ਉਹਨਾਂ ਅੱਖਾਂ ਦੇ ਵਿੱਚ ਤੇ ਜਿਹੜੀ ਹੈ ਉਹ ਗਿੱਧ ਜਿਹੜੀ ਹੈ ਉਹ ਭਰੀ ਹੈ। ਹੋਰ ਬਲੋਕੇ ਜੇ ਤਿਨ ਮਾਹੀ। ਤੇ ਜੇ ਤੂੰ ਹੋਰ ਵੀ ਕੁਝ ਕਵੇਂ ਇਸ ਸਰੀਰ ਦੀ ਉਪਮਾ ਦੇ ਵਿੱਚ, ਮਿਜ ਨੀਰ ਬਿਨ ਔਰ ਸੁਨਾਹੀ। ਧਿਆਨ ਦੇਣਾ ਰਾਜਨ ਇਸ ਸਰੀਰ ਦੇ ਵਿੱਚ ਮਿੱਝ ਤੇ ਖੂਨ ਤੋਂ ਬਗੈਰ ਕੁਝ ਹੋਰ ਹੈ ਹੀ ਨਹੀਂ। ਬਿਲਕੁਲ ਸੱਚਾਈ ਹੈ, ਹੱਡੀਆਂ ਨੇ, ਮਿੱਝ ਨੇ, ਖੂਨ ਹੈ, ਪਾਣੀ ਹੈ।
ਭਗਤ ਰਵਿਦਾਸ ਜੀ ਦਾ ਇੱਕ ਪਾਵਨ ਬਚਨ ਮੈਨੂੰ ਯਾਦ ਆ ਰਿਹਾ ਹੈ। ਉਹ ਇਸ ਪੰਕਤੀਆਂ ਦੇ ਨਾਲ ਬਿਲਕੁਲ ਐਨ ਪੀਨ ਜਿਹੜਾ ਹੈ ਢੁਕਦਾ ਹੈ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਿ ਪੰਥ ਬਸੇਰਾ, ਰਾਖੋ ਕੰਮ ਕੁਸਾਰੋ ਨੀਵਾ, ਸਾਢੇ ਤੀਨ ਹਾਥ ਤੇਰੀ ਸੀਮਾ, ਪੰਕੇ ਬਾਗ ਪਾਗ ਸਿਰ ਢੇਰੀ, ਇਹ ਤਨ ਹੋਏ ਗੋ ਖਾਕ ਕੀ ਢੇਰ। ਉੱਥੇ ਆਉਂਦਾ ਹੈ ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰ। ਇਹ ਸਰੀਰ ਜਿਹੜਾ ਹੈ ਹੱਡੀਆਂ ਦਾ, ਮਾਸ ਦਾ, ਮਿੱਝ ਦਾ ਤੇ ਖੂਨ ਦਾ ਸੁਮੇਲ ਹੈ, ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇਹ ਵਿਪਰਤ ਸ਼ਬਦ ਇਸ ਕਰਕੇ ਸਰੀਰ ਦੇ ਲਈ ਕਹਿ ਰਹੇ ਨੇ ਕਿ ਜੇ ਕਿਤੇ ਤੂੰ ਆਪਣੀ ਅਰਧਾਂਗਿਨੀ ਨੂੰ ਛੱਡ ਕਰਕੇ, ਅਰਧਾਂਗਿਨੀ ਜਿਹੜੀ ਆਪਣੇ ਪਤੀ ਨੂੰ ਛੱਡ ਕਰਕੇ ਬਾਹਰ ਦਾ ਰਸਤਾ ਢੂੰਡਦੀ ਹੈ, ਤੇ ਫਿਰ ਇਹ ਸਰੀਰ ਜਿਹੜਾ ਹੈ ਕੋਈ ਸਰੀਰ ਨਹੀਂ, ਉਹ ਇੱਕ ਖੂਨ ਹੈ, ਇੱਕ ਮਿੱਝ ਹੈ, ਇੱਕ ਮਾਸ ਦਾ ਟੁਕੜਾ ਹੈ ਜੀ। ਅਪਰ ਅੰਗ ਤਿਨ ਰੀਤ ਸੁਣੀ ਜੇ ਕਿਤੇ ਸਰੀਰ ਦੀ ਹੋਰ ਵੀ ਕੋਈ ਤੂੰ ਰੀਤ ਸੁਣਨੀ ਚਾਹੁੰਦਾ ਹੈ ਕਿ ਇਸ ਸਰੀਰ ਦੇ ਵਿੱਚ ਹੋਰ ਕੀ ਕੀ ਹੈ, ਉਹ ਵੀ ਸੁਣ ਲੈ। ਚੰਦ ਸਰਸ ਕੋ ਬੰਧਨ ਕਹੀ ਜੇ, ਜਿਸ ਮੁਖੜੇ ਨੂੰ ਤੂੰ ਕਹਿੰਦਾ ਹੈ ਬੜਾ ਚੰਦਰਮਾ ਵਰਗਾ ਹੈ ਜੀ। ਚਰਬੀ ਰਗਤ ਲਪੇਟਿਓ ਚਾਮਾ, ਇਹ ਜਿਹੜਾ ਚਮੜਾ ਹੈ ਨਾ, ਇਹ ਚਰਬੀ ਤੇ ਰਕਤ ਦੇ ਨਾਲ ਜਿਹੜਾ ਹੈ ਉਹ ਲਿਬੜਿਆ ਹੋਇਆ ਹੈ। ਗੋਰ ਰੰਗ ਪੇਖਿਆਤ ਅਬਰਾਮਾ, ਪਰ ਤੂੰ ਉੱਪਰੋਂ ਗੋਰਾ ਰੰਗ ਵੇਖ ਕਰਕੇ ਕਹਿੰਦਾ ਹੈ ਕਿ ਬੜਾ ਸੁੰਦਰ ਹੈ। ਇਨ ਵਸ ਤਨ ਬਿਨ ਹੋਏ ਨਾ ਨਾ, ਤੂੰ ਦੱਸ ਭਲਾ ਕਿਤੇ ਚਰਬੀ, ਹੱਡੀਆਂ, ਮਾਸ, ਖੂਨ ਆਦਿ ਤੋਂ ਇਲਾਵਾ ਸਰੀਰ ਦੇ ਵਿੱਚ ਕੁਝ ਹੋਰ ਵੀ ਤੇ ਹੈ? ਇਸ ਤੋਂ ਇਲਾਵਾ ਕੁਝ ਨਹੀਂ ਸਰੀਰ ਦੇ ਵਿੱਚ। ਜਿਨਹਿ ਬਲੋਕੇ ਆਏ ਗਲਾਨਾ, ਤੇ ਹੁਣ ਕਿਤੇ ਖੂਨ ਵੇਖ ਪਵੇ, ਕਿਤੇ ਮਿੱਝ ਵੇਖ ਪਵੇ, ਕਿਤੇ ਐਕਸੀਡੈਂਟ ਹੋ ਜਾਵੇ ਕਿਸੇ ਮਨੁੱਖ ਦਾ, ਤੇ ਕਈ ਵਾਰ ਆਪਾਂ ਇੱਦਾਂ ਸੋਚਦੇ ਹਾਂ ਕਿ ਸਾਡਾ ਤੇ ਲਾਗੇ ਖਲੋਣ ਨੂੰ ਉਸ ਸਰੀਰ ਦੇ ਦਿਲ ਨਹੀਂ ਕਰਦਾ। ਇੰਨੀ ਬੁਰੀ ਤਰ੍ਹਾਂ ਭਿਆਨਕ ਐਕਸੀਡੈਂਟ ਹੋ ਜਾਵੇ, ਮੰਨ ਲਓ ਸਰੀਰ ਦੇ ਉੱਤੋਂ ਵੱਡਾ ਵਾਹਨ ਨਿਕਲ ਜਾਵੇ ਤੇ ਸਰੀਰ ਦੀ ਮਿੱਝ ਨਿਕਲ ਜਾਂਦੀ ਹੈ। ਆਪਾਂ ਕਹਿੰਦੇ ਨਾ ਮਿੱਝ ਹੀ ਨਿਕਲ ਗਈ, ਬਚਿਆ ਹੀ ਕੁੱਖ ਨਹੀਂ, ਨਾ ਹੱਡੀਆਂ ਲੱਭਦੀਆਂ, ਨਾ ਅੱਖਾਂ ਲੱਭਦੀਆਂ, ਨਾ ਨਾਸਕਾ ਲੱਭ ਕੇ ਆਦਤ, ਟੁਕੜੇ ਟੁਕੜੇ ਹੋ ਗਿਆ ਸਰੀਰ। ਤੇ ਹੁਣ ਦੱਸ ਨਾ ਭਲਿਆ ਇਹ ਸਰੀਰ ਦੇ ਵਿੱਚ ਹੈ ਕੀ ਹੈ? ਕੁਝ ਵੀ ਨਹੀਂ ਹੈ, ਸਿਰਫ ਮਾਸ ਦਾ ਟੁਕੜਾ ਹੈ ਸਰੀਰ, ਹੱਡੀਆਂ ਦੀ ਮੁੱਠ ਹੈ ਸਰੀਰ, ਇਹਦੇ ਵਿੱਚ ਖੂਨ ਹੈ, ਹੋਰ ਹੈ ਕੀ? ਹਾਲਾਂਕਿ ਰੱਬ ਨੇ ਇਸ ਸਰੀਰ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ, ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਇਹਨੂੰ ਤੇ ਰੱਬ ਨੇ ਸੰਸਾਰ ਰੂਪ ਇਸ ਤਰ੍ਹਾਂ ਕਹਿ ਦਿੱਤਾ, ਇਹ ਜਗ ਸੱਚੇ ਕੀ ਹੈ ਕੋਠੜੀ। ਪਰ ਜਦੋਂ ਮਨੁੱਖ ਵਾਸ਼ਨਾਵਾਂ ਦੇ ਅਧੀਨ ਹੋ ਜਾਵੇ, ਉਹਨੂੰ ਵਸਤੂ ਵਿਚਾਰ ਦੇ ਨਾਲ ਸਮਝਾਉਣ ਦਾ ਯਤਨ ਹੈ, ਆਪਣੇ ਘਰ ਨੂੰ ਛੱਡ ਕੇ ਜਦੋਂ ਬਾਹਰ ਦੀ ਤਾਂਘ ਰੱਖੇਗਾ ਫਿਰ ਉੱਥੇ ਕੁਝ ਵੀ ਨਹੀਂ, ਉੱਥੇ ਭਟਕਣਾ ਹੈ, ਉੱਥੇ ਦੁੱਖ ਹੈ ਤੇ ਉੱਥੇ ਤਕਲੀਫ ਹੈ। ਵਾਸ਼ਨਾਵਾਂ ਦੇ ਅਧੀਨ ਹੋਇਆ ਮਨੁੱਖ ਅੱਜ ਤੱਕ ਜਿਹੜਾ ਹੈ ਸੁੱਖ ਨਹੀਂ ਭੋਗ, ਵਾਹਿਗੁਰੂ ਸੁੱਖ ਜਿਹੜਾ ਹੈ ਮਾਣ ਨਹੀਂ ਸਕਿਆ, ਉੱਥੇ ਦੁੱਖ ਹੀ ਦੁੱਖ ਨੇ ਰਾਜਨ। ਤੂੰ ਦੱਸ ਤੇ ਸਹੀ ਇਸ ਸਰੀਰ ਦੇ ਵਿੱਚ ਹੈ ਕੀ? ਜਿਨ੍ਹਾਂ ਸਰੀਰਾਂ ਦੇ ਮਗਰ ਤੂੰ ਜਿਹੜਾ ਹੈ ਇੰਨੀਆਂ ਵਾਸ਼ਨਾਵਾਂ ਵਧਾਈਆਂ ਹਨ। ਪੁਨ ਜੇ ਦਾਤ ਕੈ ਕਲੀ ਸਮਾਨੇ, ਤੇ ਜੇ ਤੂੰ ਹੁਣ ਦੰਦਾਂ ਦੀ ਗੱਲ ਵੀ ਕਰ ਲਵੇਂ ਕਿ ਇਹਦੇ ਵਿੱਚ ਦੰਦ ਬੜੇ ਸੁੰਦਰ ਹਨ। ਮਾਸ ਬਿਨਾ ਲਿਓ ਹਾੜ ਪਛਾਨੇ, ਤੇ ਜਿਸ ਦਿਨ ਕਿਤੇ ਐਕਸੀਡੈਂਟ ਹੋ ਜਾਵੇ, ਕੋਈ ਮੁੱਕਾ ਮਾਰ ਦੇਵੇ, ਇਹਨਾਂ ਦੰਦਾਂ ਦੇ ਉੱਤੇ ਬਾਚੀਆਂ ਕੱਢ ਕੇ ਬਾਹਰ ਰੱਖ ਦੇਵੇ, ਤੇ ਮੈਨੂੰ ਦੱਸ ਦੇ ਸਹੀ ਹੱਡੀਆਂ ਤੋਂ ਬਗੈਰ ਜਿਹੜੇ ਨੇ ਇਹਦੇ ਉੱਤੇ ਕੋਈ ਮਾਸ ਵੀ ਹੈਗਾ? ਦੰਦ ਤੇ ਫਿਰ ਹੱਡੀਆਂ ਹੀ ਹਨ। ਤੇ ਜਾਂ ਇਸ ਤਰ੍ਹਾਂ ਕਹਿ ਲਈਏ ਦੰਦ ਬਾਹਰ ਨਿਕਲ ਜਾਣ ਤੇ ਹੁਣ ਉਹ ਪਏ ਹੋਏ ਦੰਦ ਨੂੰ ਕੋਈ ਹੱਥ ਵੀ ਨਹੀਂ ਲਾਉਂਦਾ। ਹੁਣ ਡਾਕਟਰ ਵੀ ਤੇ ਜਿਹੜਾ ਹੈ ਉਹ ਦਸਤਾਨੇ ਪਾ ਕੇ ਤੁਹਾਡੇ ਦੰਦਾਂ ਦੀ ਟ੍ਰੀਟਮੈਂਟ ਕਰਦਾ, ਸਿੱਧਾ ਥੋੜ੍ਹਾ ਮੂੰਹ ਦੇ ਵਿੱਚ ਹੱਥ ਪਾ ਦਿੰਦਾ। ਆਂਦੇ ਉਹਨਾਂ ਦੰਦਾਂ ਨੂੰ ਕੋਈ ਹੱਥ ਨਹੀਂ ਲਾਉਂਦਾ ਜਿੱਦਣ ਬਾਹਰ ਨਿਕਲ ਜਾਂਦੇ ਨੇ, ਹੈ ਤੇ ਫਿਰ ਉਹ ਵੀ ਤੇ ਹੱਡੀਆਂ ਹੀ ਹੈ ਨਾ, ਜਿਨ੍ਹਾਂ ਨੂੰ ਕਹਿੰਦਾ ਬੜੇ ਮੋਤੀਆਂ ਵਰਗੇ ਦੰਦ ਹਨ। ਮੁਖ ਤੇ ਟੂਟ ਜਾਏ ਜੇ ਸੋ, ਆਂਦੇ ਜਦੋਂ ਇਹ ਮੁਖੜੇ ਦੇ ਵਿੱਚੋਂ ਬਾਹਰ ਨਿਕਲ ਜਾਣ, ਟੁੱਟ ਜਾਣ, ਚਾਹੇ ਤਾਂ ਹਾਥ ਨ ਸਵਾਲਿਓ ਕੋ, ਕੋਈ ਇਹਨਾਂ ਨੂੰ ਹੱਥ ਲਾਉਣ ਤੱਕ ਤਿਆਰ ਨਹੀਂ ਹੁੰਦਾ। ਇਸੀ
ਪ੍ਰਕਾਰ ਦੇ ਲਖ ਸਾਰੀ। हे ਰਾਜਨ, ਇਸੇ ਤਰ੍ਹਾਂ ਸਾਰੇ ਸਰੀਰ ਨੂੰ ਜਾਣਨਾ ਕਰ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰਾ ਸਰੀਰ ਹੀ ਜਿਹੜਾ ਹੈ ਉਹ ਹੱਡੀਆਂ ਦੀ ਮੁੱਠ ਹੈ, ਮਿੱਝ ਦਾ ਘਰ ਹੈ, ਖੂਨ ਦਾ ਘਰ ਹੈ। ਹਾੜ ਮਾਸ ਹੈ ਰਗਤ ਮਝਾਰੀ। ਇਹਦੇ ਵਿੱਚ ਹੱਡੀਆਂ ਨੇ, ਮਾਸ ਹੈ ਤੇ ਖੂਨ ਚੱਲਦਾ ਹੈ। ਵਿਸਟਾ ਮੂਤਰ ਜੁਗਤ ਦੁਰਗੰਧੇ। ਇਹ ਜਿਹੜੀ ਹੈ ਮਲ ਮੂਤਰ ਤੇ ਦੁਰਗੰਧੀ, ਵਿਸ਼ਟਾ ਦੀ ਦੁਰਗੰਧੀ ਦੇ ਨਾਲ ਭਰੀ ਹੋਈ ਹੈ। ਕਹਿ ਕੋ ਵੇਖ ਲੁਭਾਏ ਮਤ ਅੰਧੇ। ਓਏ ਅੰਨੀ ਬੁੱਧੀ ਵਾਲਿਆ, ਕਿਹੜੀਆਂ ਗੱਲਾਂ ਦੇ ਮਗਰ ਲੱਗ ਕੇ ਤੂੰ ਇਸਤਰੀਗਾਮੀ ਹੋ ਚੁੱਕਾ ਹੈ, ਤੂੰ ਮੂਰਖ ਹੈ। ਮੁਖ ਮੈਂ ਥੂਕ ਸੀਡ ਬਹੁਨਾਸਾ। ਹੋਰ ਸੁਣ ਲੈ, ਮੁਖ ਦੇ ਵਿੱਚ ਤਾਂ ਥੁੱਕ ਹੈ ਇਸ ਸਰੀਰ ਦੇ, ਤੇ ਨਾਸਕਾ ਦੇ ਵਿੱਚ ਜਿਹੜਾ ਹੈ ਉਹ ਨੱਕ ਜਿਹੜਾ ਹੈ, ਸੀੜ ਜਿਹੜਾ ਹੈ ਉਹ ਵਗਦਾ ਹੈ ਜੀ। ਉਪਰ ਚਰਮ ਬਾਲ ਹੈ ਰਾਸਾ। ਤੇ ਉੱਪਰ ਵਾਲਾਂ ਦਾ ਮੜਾਸਾ ਵੱਜਿਆ ਹੋਇਆ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉੱਦਾਂ ਕੇਸਾਂ ਦੀ ਮਹਾਨਤਾ ਬੜੀ ਹੈ, ਸਿੱਖ ਧਰਮ ਦੇ ਅੰਦਰ ਕੇਸਾਂ ਦੀ ਮਹਾਨਤਾ ਬੜੀ ਹੈ ਗੁਰੂ ਦੀ ਸੰਗਤ 'ਚ, ਪਰ ਇਹ ਵਿਭਚਾਰੀ ਹੋ ਚੁੱਕਾ ਹੈ। ਇਹ ਜਿਹੜਾ ਹੈ ਵਾਸ਼ਨਾਵਾਂ ਦੇ ਅਧੀਨ ਹੈ, ਤੇ ਇਸ ਕਰਕੇ ਵਸਤੂ ਵਿਚਾਰ ਦੇ ਨਾਲ ਇਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ। ਕਿਹੜੇ ਸਰੀਰਾਂ ਦੇ ਮਗਰ ਭੱਜਾ ਫਿਰਦਾ ਹੈ? ਸਿਰ ਦੇ ਉੱਤੇ ਵਾਲ ਵੀ ਜੇ ਤੂੰ ਕਹੇ ਬੜੇ ਸੁੰਦਰ ਤੇ ਲੰਬੇ ਵਾਲ ਨੇ ਇਸਤਰੀ ਦੇ, ਭੜਿਆ ਹੈ, ਤੇ ਸਿਰ ਦੇ ਉੱਤੇ ਵੱਜਾ ਹੋਇਆ ਇੱਕ ਕਹਿ ਲਈਏ ਘਰ ਦੀ ਪੰਗ ਵਾਂਗੂ ਕਹਿ ਲਈਏ ਮੜਾਸਾ ਹੈ ਜੀ। ਹੇ ਨਿਰਭੈ ਇਸ ਪ੍ਰਕਾਰ ਔਰ ਤਾਰੋ। ਹੇ ਰਾਜੇ, ਹਿਰਦੇ ਵਿੱਚ ਇਸ ਤਰ੍ਹਾਂ ਤੂੰ ਜੰਗ ਨਾ ਕਰ। ਵਸਤ ਕੌਣ ਸੀ ਭਲੀ ਵਿਚਾਰੋ। ਇਹਦੇ ਵਿੱਚ ਹੁਣ ਤੂੰ ਮੈਨੂੰ ਦੱਸ, ਅੱਖਾਂ, ਕੰਨ, ਨੱਕ, ਦੰਦ, ਜਿਹਬਾ, ਮੁਖੜਾ, ਸਾਰੇ ਸਰੀਰ ਦੀ ਚਮੜੀ, ਇਹਦੇ ਵਿੱਚ ਭਲੀ ਕਿਹੜੀ ਹੈ ਜਿਹਦੇ ਮਗਰ ਤੂੰ ਜਿਹੜਾ ਹੈ ਦੌੜਿਆ ਫਿਰਦਾ ਹੈ? ਇਹਦੇ ਵਿੱਚ ਕੋਈ ਵੀ ਚੀਜ਼ ਭਲੀ ਨਹੀਂ ਹੈ। ਮਹਾ ਦੁਰਗੰਧ ਮੰਦਨੀ ਸੋ। ਇਹਦੇ ਵਿੱਚ ਬੜੀ ਦੁਰਗੰਧੀ ਭਰੀ ਹੋਈ ਹੈ। ਆਹੇ ਨਾਰ ਕੀ ਪਰੀ ਤੇਜੋ। ਇਸੇ ਕਰਕੇ ਤੂੰ ਪਰਾਈ ਇਸਤਰੀ ਦਾ ਜਿਹੜਾ ਹੈ ਸਨੇਹ ਕਰੀ ਬੈਠਾ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਤੂੰ ਗੰਦਗੀ ਦੇ ਨਾਲ ਸਨੇਹ ਪਾ ਬੈਠਾ ਹੈ। ਤੂੰ ਗੰਦਗੀ ਦੇ ਨਾਲ ਸਨੇਹ ਨਾ ਪਾ। ਇਹਦਾ ਮਤਲਬ ਸੀ ਕਹਿਣ ਦਾ ਗੁਰੂ ਨਾਨਕ ਸਾਹਿਬ ਜੀ ਦਾ, ਆਪਣੇ ਘਰ ਛੱਡ ਕੇ ਕਿਤੇ ਬਗਾਨੇ ਘਰ ਦੇ ਵਿੱਚ ਮੂੰਹ ਮਾਰੇਗਾ ਤੇ ਫਿਰ ਇਹ ਗੰਦਗੀ ਹੈ। ਨਹੀਂ ਤਾਂ ਬਾਣੀ ਕਹਿੰਦੀ ਹੈ, ਸੋ ਕਿਉ ਮੰਦਾ ਆਖੀਐ ਜਿਤ ਜਨਮ ਹੈ ਰਜਾਨ। ਉਸ ਇਸਤਰੀ ਨੂੰ ਮਾੜਾ ਕਿਉਂ ਜਿਹੜੀ ਰਾਜੇ ਪੈਦਾ ਕਰ ਰਹੀ ਹੈ, ਸੰਤ ਪੈਦਾ ਕਰ ਰਹੀ ਹੈ। ਪਰ ਇਸੇ ਵਾਸ਼ਨਾਵਾਂ ਦਾ ਜ਼ਿਕਰ ਹੋ ਰਿਹਾ ਗੁਰੂ ਕੀ ਸੰਗਤ ਜੀ। ਅੱਗੇ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਰਾਜੇ ਨੂੰ ਵਾਸ਼ਨਾਵਾਂ ਤੋਂ ਬਚਾਉਣ ਵਾਸਤੇ, ਇਹ ਕਰਮ ਨੂੰ ਦੂਰ ਕਰਨ ਵਾਸਤੇ ਸਮਝਾ ਰਹੇ ਨੇ ਕਿ ਰਾਜਾ ਗੁਰੂ ਦੇ ਬਚਨ ਸੁਣ ਕਰਕੇ ਵਾਸ਼ਨਾਵਾਂ ਤੋਂ ਛੁੱਟ ਜਾਂਦਾ ਹੈ। ਗੁਰੂ ਨਾਨਕ ਦੇ ਘਰ ਦਾ ਕਿ ਇਹ ਸਿੱਖ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਦੇ ਦਿੱਤੇ ਉਪਹਾਰ ਕੀ ਕਬੂਲ ਕਰਦੇ ਨੇ, ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਰੱਖਣ ਦਾ ਯਤਨ ਕਰਾਂਗੇ ਜੀ। ਇਤਨੀ ਸੇਵਾ ਪ੍ਰਵਾਨ ਕਰਨੀ, ਗੁਰੂ ਕੇ ਕੀਰਤਨੀ ਸਨਮੁਖ ਹਨ, ਉਹਨਾਂ ਦੀ ਕੀਰਤਨ ਦੀ ਹਾਜ਼ਰੀ ਕਰਨੀ ਹੈ। ਆਪ ਰੱਬੀ ਬਾਣੀ ਦਾ ਕੀਰਤਨ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਉਹਨਾਂ को ਸਰਵਣ ਕਰੋ ਜੀ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਵਿਸਰ ਨਾਹੀ ਦਾਤਾਰ।